ਹੈਲੋ ਸਾਰਿਆਂ ਨੂੰ ਬਈ ਆਪਾਂ ਅੱਜ ਕਰਦੇ ਪਏ ਸੀਗੇ ਕੁਐਸਚਨ। ਇਹ ਸਾਡੇ 40 ਤੱਕ ਹੋ ਗਏ ਸੀਗੇ। ਨੈਕਸਟ ਕਰਨ ਲੱਗਾ 39। ਠੀਕ ਹੈ, 39 ਮੈਨੂੰ ਬੁੱਕ ਦੇ ਵਿੱਚੋਂ ਤਾਂ ਨਹੀਂ ਮਿਲਿਆ, ਬਟ ਇਹਨੂੰ ਮੈਂ ਆਪਣੇ ਅਕੋਰਡਿੰਗ ਕਰਨ ਦੀ ਕੋਸ਼ਿਸ਼ ਕੀਤੀ ਹੈ। ਠੀਕ ਹੈ, ਸਮਝ ਲੈਣਾ। The major product obtained on interaction of phenol with sodium hydroxide and carbon dioxide। ਠੀਕ ਹੈ, ਤੁਹਾਡੇ ਕੋਲ ਫਿਨੋਲ ਹੈ, ਓਕੇ, ਕਾਰਬਨ ਡਾਈਆਕਸਾਈਡ ਆ ਅਤੇ ਸੋਡੀਅਮ ਹਾਈਡਰੋਕਸਾਈਡ ਆ। ਓਕੇ, ਆਪਾਂ ਇਹਨੂੰ ਰਿਐਕਟ ਕਰਵਾਉਣਾ ਆ। ਰਿਐਕਟ ਕਰਵਾਉਣ ਲਈ ਮੇਰੇ ਅਕੋਰਡਿੰਗ ਕੀ ਹੋਇਆ, ਜੋ ਮੈਂ ਸੋਚਿਆ ਪੇਪਰ ਦੇ ਵਿੱਚ, ਕਿ ਬੇਸ ਆ, ਬੇਸ ਨੇ ਆਹ ਵਾਲਾ ਜਿਹੜਾ ਕੰਪਾਊਂਡ ਆ, ਇਹਨੇ ਆਹ ਕਾਰਬਨ ਦੇ ਨਾਲ ਵਾਲੀ ਕਾਰਬਨ ਤੋਂ ਐਚ ਐਬਸਟਰੈਕਟ ਕਰ ਲਿਆ। ਠੀਕ ਹੈ, ਜੇ ਇੱਥੋਂ ਐਚ ਐਬਸਟਰੈਕਟ ਕਰ ਲਿਆ, ਇੱਥੇ ਕਿਹੜਾ ਚਾਰਜ ਆ ਗਿਆ, ਨੈਗੇਟਿਵ ਚਾਰਜ। ਇਹ ਨੈਗੇਟਿਵ ਚਾਰਜ ਨੇ ਇਹ ਕਾਰਬੋਕਟਾਇਨ 'ਤੇ ਅਟੈਕ ਕੀਤਾ। ਇਹ ਵਾਲਾ ਡਬਲ ਬੌਂਡ ਇਸ ਸਾਈਡ ਅਕਮੂਲੇਟ ਹੋ ਗਿਆ। ਕੀ ਬਣਿਆ, ਫਿਨੋਲ। ਇੱਦਾਂ ਹੀ ਠੀਕ ਹੈ, ਇਸ ਸਾਈਡ ਸੀ ਡਬਲ ਬੌਂਡ O, ਇਸ ਸਾਈਡ O ਨੈਗੇਟਿਵ ਲਗਾ ਸਕਦੇ ਹਾਂ, ਜਾਂ ਜਿਹੜਾ ਐਚ ਇੱਧਰੋਂ ਬਾਹਰ ਨਿਕਲ ਗਿਆ ਉਹਨੂੰ ਇਸ ਸਾਈਡ ਲਗਾ ਦਿਓ। ਠੀਕ ਹੈ, ਕੀ ਬਣ ਗਿਆ, ਬਣ ਗਿਆ ਔਰਥੋ ਹਾਈਡਰੋਕਸੀ ਬੈਂਜ਼ੋਇਕ ਐਸਿਡ। ਓਕੇ, ਮੈਂ ਪੇਪਰ ਦੇ ਵਿੱਚ ਵੀ ਇੱਦਾਂ ਹੀ ਕੀਤਾ ਸੀ ਅਤੇ ਮੇਰੇ ਅਕੋਰਡਿੰਗ ਇਹਦੇ ਵਿੱਚ ਬਣਨਾ ਚਾਹੀਦਾ ਸੀ 2 ਹਾਈਡਰੋਕਸੀ ਬੈਂਜ਼ੋਇਕ ਐਸਿਡ। ਠੀਕ ਹੈ, ਅਤੇ ਇਹਦੀ ਕਰੈਕਟ ਆਪਸ਼ਨ ਵੀ ਇਹੀ ਹੈ। ਓਕੇ, ਅਤੇ ਇਹ ਸਾਡਾ ਡਨ ਹੋ ਗਿਆ। ਅਗਰ ਕੋਈ ਵੀ ਬੁੱਕ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਆ, ਉਹਦੇ ਵਿੱਚ ਵੀ ਉਹਨਾਂ ਨੇ ਰਿਐਕਸ਼ਨ ਕਰਵਾ ਕੇ ਡਾਇਰੈਕਟ ਪ੍ਰੋਡਕਟ ਲਿਖ ਦਿੱਤਾ ਹੋਇਆ ਆ। ਓਕੇ, ਆਪਾਂ ਥੋੜ੍ਹੇ ਕੁ ਕੰਸੈਪਟ ਯਾਦ ਰੱਖਣੇ ਕਿ ਇਹਦੇ ਅਕੋਰਡਿੰਗ ਕਿਸ ਸਾਈਡ ਤੋਂ ਐਚ ਪੋਜ਼ੀਟਿਵ ਜਾ ਸਕਦਾ ਆ। ਜਿਹੜੇ ਜੇ ਆਪਾਂ ਜਿੱਦਾਂ ਐਲਫਾ ਹਾਈਡਰੋਜਨ ਵਾਲਾ ਮੈਂ ਕੰਸੈਪਟ ਇੱਥੇ ਲਗਾਇਆ ਸੀ, ਐਲਫਾ ਹਾਈਡਰੋਜਨ ਵਾਲੇ ਕੰਸੈਪਟ ਦੇ ਅਕੋਰਡਿੰਗ ਮੈਨੂੰ ਲੱਗਾ ਕਿ ਇੱਥੋਂ ਜਾ ਸਕਦੀ, ਉਹਦੇ ਅਕੋਰਡਿੰਗ ਮੇਰਾ ਆਨਸਰ ਵੀ ਸਹੀ ਹੈ। ਇਹ ਵਾਲਾ ਕੁਐਸਚਨ ਬੜਾ ਵਧੀਆ ਆ ਅਤੇ ਇਹਦਾ ਆਨਸਰ ਇਹਦੇ ਵਿੱਚ ਹੀ ਆ। ਦ ਸਟਰਕਚਰ ਆਫ ਕੰਪਾਊਂਡ ਗਿਵਸ ਟਰਾਈ ਬ੍ਰੋਮੋ ਡੈਰੀਵੇਟਿਵ ਔਨ ਟਰੀਟਮੈਂਟ ਵਿਦ ਬਰੋਮੀਨ ਵਾਟਰ। ਠੀਕ ਹੈ, ਹੁਣ ਇਹਦੇ ਵਿੱਚ ਦੇਖੋ, ਟਰਾਈ ਬ੍ਰੋਮੋ ਜਦੋਂ ਵੀ ਕਿਤੇ ਬਣਦਾ ਆ, ਤੁਹਾਡੇ ਕੋਲ ਇੱਕ ਕੰਪਾਊਂਡ ਆ OH ਆ। ਜੇ ਟਰਾਈ ਬ੍ਰੋਮੋ ਬਣਾਉਣਾ, ਜਾਂ Br ਇਸ ਸਾਈਡ ਲੱਗ ਸਕਦਾ, ਇਸ ਸਾਈਡ ਲੱਗ ਸਕਦਾ ਆ, ਇਸ ਸਾਈਡ, ਤਾਂ ਹੀ ਦੋਨੋਂ ਔਰਥੋ ਤੇ ਪੈਰਾ ਫਿਲ ਹੋ ਜਾਣੀ ਆ। ਹੁਣ ਆਪਸ਼ਨਸ ਦੇਖੋ, ਇਹਦੇ ਫਿਨੋਲ ਦੇ ਅਕੋਰਡਿੰਗ ਇਹ ਔਰਥੋ ਤੇ ਪਹਿਲਾਂ ਹੀ ਭਰੀ ਹੋਈ ਹੈ, ਇਹ ਵੀ ਨਹੀਂ ਹੋ ਸਕਦਾ। ਇਹਦੇ ਵਿੱਚ ਪੈਰਾ ਪਹਿਲਾਂ ਹੀ ਭਰੀ ਹੋਈ ਹੈ, ਇਹ ਵੀ ਨਹੀਂ ਹੋ ਸਕਦਾ। ਠੀਕ ਹੈ, ਇਹਦੇ ਵਿੱਚ ਔਰਥੋ ਪੈਰਾ ਤਿੰਨੋਂ ਹੀ ਚੀਜ਼ਾਂ ਖਾਲੀ ਹੈ। ਠੀਕ ਹੈ, ਇਹਦੀ ਪੋਸੀਬਿਲਿਟੀ ਹੈ। ਇਹਦੇ ਵਿੱਚ ਜਾਓ, ਇਹਦੇ ਵਿੱਚ ਵੀ ਪੈਰਾ ਫਿਲ ਆ। ਠੀਕ ਹੈ, ਤੋ ਮੈਂ ਤਿੰਨੇ ਆਪਸ਼ਨਸ ਚੈੱਕ ਕਰਨ ਤੋਂ ਬਾਅਦ ਵਿੱਚ ਆਹ ਵਾਲੀ ਆਪਸ਼ਨ ਟਿਕ ਕੀਤੀ ਸੀਗੀ, ਅਤੇ ਸਹੀ ਆਨਸਰ ਵੀ ਇਹ ਹੀ ਆ। ਤੁਸੀਂ ਸਿਰਫ ਜੇ ਪੜ੍ਹਿਆ ਹੋਊਗਾ, ਤੁਹਾਨੂੰ ਇਹ ਨਾਲੋਂ ਨਾਲ ਪਤਾ ਲੱਗ ਜਾਣਾ ਕਿ ਇਹਦੀ ਵੀ ਔਰਥੋਫਿਲ ਆ, ਪੈਰਾਫਿਲ ਆ, ਔਰ ਪੈਰਾਫਿਲ ਆ। ਇਹ ਮੈਟਾ 'ਤੇ ਆ, ਇਹਦੇ ਕੋਲ ਤਿੰਨੇ ਹੀ ਆ, ਇੱਥੇ ਹਾਈਡਰੋਜਨ ਹੈਗੀਆਂ, ਇਹਦੇ ਵਿੱਚ Br ਲੱਗ ਕੇ ਇਹਦਾ ਟਰਾਈ ਬ੍ਰੋਮੋ ਡੈਰੀਵੇਟਿਵ ਬਣ ਸਕਦਾ ਆ। ਨਾਲ ਹੀ ਤੁਹਾਡਾ 1 ਨੰਬਰ ਪੱਕਾ। ਓਕੇ, ਅਤੇ ਬੇਟਾ ਨੈਕਸਟ ਕੁਐਸਚਨ ਸਾਡਾ ਹੈਗਾ ਆ, ਵਿਚ ਆਫ ਫੋਲੋਇੰਗ ਗਿਵਸ ਜੈਲੋ PPT ਜਾਂ ਪ੍ਰੈਸੀਪਿਟੇਟਸ ਔਨ ਸ਼ੇਕਿੰਗ ਵਿਦ aqueous solution of sodium hydroxide followed by acidification of dilute nitric acid HNO3 and addition of silver nitrate। ਹੁਣ ਜਦੋਂ ਮੈਂ ਇਹ ਕੁਐਸਚਨ ਰੀਡ ਆਊਟ ਕੀਤਾ, ਜੈਲੋ PPT ਜਿਹੜੇ ਸਿਲਵਰ ਕਲੋਰਾਈਡ ਆ ਉਹਦੇ ਵਾਈਟ PPT ਬਣਦੇ ਹੁੰਦੇ ਆ। ਜੈਲੋ PPT ਤੋਂ ਮੈਨੂੰ ਥੋੜ੍ਹਾ ਕੁ ਕਲੀਅਰ ਹੋ ਗਿਆ ਕਿ ਇਹਦੇ ਵਿੱਚ ਜਿਹੜੇ PPT ਬਣਨੇ ਉਹ ਕਿਹਦੇ ਬਣਨੇ ਆ, ਸਿਲਵਰ ਆਇਓਡਾਈਡ ਦੇ ਬਣਨੇ ਆ। ਠੀਕ ਹੈ, ਨਾਲ ਹੀ ਮੈਂ ਕੀ ਲਿਖ ਲਿਆ, ਸਿਲਵਰ ਆਇਓਡਾਈਡ। ਓਕੇ, ਫਿਰ ਮੈਂ ਆਪਸ਼ਨਸ ਚੈੱਕ ਕਰਨੀਆਂ ਸ਼ੁਰੂ ਕੀਤੀਆਂ। ਹੁਣ ਜੇ ਆਪਾਂ ਚਲੋ ਇੱਧਰੋਂ ਚੱਲਦੇ ਹਾਂ, ਇੱਥੇ ਜਿਹੜੀ ਇਹ ਕਾਰਬਨ ਐਟਮ ਆ, ਕਾਰਬਨ ਤੋਂ ਅੱਗੇ ਆਇਓਡੀਨ ਲੱਗੀ ਹੋਈ ਆ, ਮਤਲਬ ਇਹ ਚੀਜ਼ ਇੱਥੋਂ ਆਇਓਡੀਨ
ਲੀਵ ਹੋ ਸਕਦੀ ਆ। ਠੀਕ ਹੈ, ਇਹਦੇ ਵਿੱਚ ਆਇਓਡੀਨ ਡਾਇਰੈਕਟ ਐਡ ਆ। ਜੇ ਡਾਇਰੈਕਟ ਐਡ ਆ ਇਹਦੇ ਵਿੱਚ ਆਇਓਡੀਨ ਬਾਹਰ ਨਹੀਂ ਜਾ ਸਕਦੀ। ਕਿਉਂ ਨਹੀਂ ਬਾਹਰ ਜਾ ਸਕਦੀ? ਕਿਉਂਕਿ ਇਹਦੇ ਵਿੱਚ ਡਿਊ ਟੂ ਰੈਜ਼ੋਨੈਂਸ ਇੱਥੇ ਪਾਰਸ਼ਲ ਡਬਲ ਬੌਂਡ ਕਰੈਕਟਰ ਆ ਜਾਣਾ ਹੈ। ਠੀਕ ਹੈ, ਰੈਜ਼ੋਨੈਂਸ ਕਰਕੇ ਇੱਥੇ ਕੀ ਆ ਜਾਣਾ? ਪਾਰਸ਼ਲ ਡਬਲ ਬੌਂਡ ਕਰੈਕਟਰ। ਇਹਦੇ ਵਿੱਚ ਵੀ ਆਇਓਡੀਨ ਡਾਇਰੈਕਟਲੀ ਲਿੰਕਡ ਆ, ਇਹਦੇ ਵਿੱਚ ਵੀ ਆਇਓਡੀਨ ਡਾਇਰੈਕਟਲੀ ਲਿੰਕਡ ਆ। ਠੀਕ ਹੈ, ਹੁਣ ਜੇ ਤੁਸੀਂ ਮੰਨ ਲਓ ਤੁਹਾਨੂੰ ਇਹ ਨਹੀਂ ਪਤਾ ਕਿ ਇਹਦੇ ਸਿਲਵਰ ਆਇਓਡਾਈਡ ਦੇ ਵਾਈਟ ਪੀਪੀਟੀ ਹੁੰਦੀ ਹੈ, ਤੁਸੀਂ ਦੇਖੋ ਜਾਂ ਤਾਂ AgCl ਹੋ ਸਕਦਾ ਜਾਂ AgI ਹੋ ਸਕਦਾ ਆ। ਹੁਣ Cl ਤਾਂ ਇਸ ਕੇਸ ਦੇ ਵਿੱਚ ਵੀ ਬਾਹਰ ਚਲ ਜਾਣਾ, ਇਹਦੇ ਕੇਸ ਦੇ ਵਿੱਚ ਵੀ ਬਾਹਰ ਚਲ ਜਾਣਾ, ਮਤਲਬ Cl ਦੀਆਂ ਦੋ ਆਪਸ਼ਨਸ ਬਣਦੀਆਂ ਪਈਆਂ, ਇਹ ਤਾਂ ਹੋ ਹੀ ਨਹੀਂ ਸਕਦਾ। ਫਿਰ ਦੇਖੋ ਆਇਓਡੀਨ ਸਿਰਫ ਇਹ ਵਾਲੇ ਕੇਸ ਦੇ ਵਿੱਚ ਵੀ ਨਹੀਂ ਬਾਹਰ ਜਾਣਾ, ਇਹਦੇ ਵਿੱਚ ਵੀ ਨਹੀਂ, ਇਹਦੇ ਵਿੱਚ ਵੀ ਨਹੀਂ, ਸਿਰਫ ਇਸ ਕੇਸ ਦੇ ਵਿੱਚ ਆਇਓਡੀਨ ਬਾਹਰ ਜਾ ਸਕਦਾ ਆ। ਠੀਕ ਹੈ, ਤਾਂ ਕਰਕੇ ਆਪਾਂ ਇਹ ਵਾਲੀ ਆਪਸ਼ਨ ਟਿਕ ਕੀਤੀ ਸੀਗੀ। ਓਕੇ, ਪਤਾ ਹੈ ਨਾ, ਇਹ ਜੇ ਡਾਇਰੈਕਟ ਬੈਂਜ਼ੀਨ ਰਿੰਗ ਦੇ ਨਾਲ ਕੋਈ ਵੀ ਹੈਲੋਜਨ ਲੱਗਾ ਹੁੰਦਾ ਉਹਦੇ ਵਿੱਚ ਪਾਰਸ਼ਲ ਡਬਲ ਬੌਂਡ ਕਰੈਕਟਰ ਆ ਜਾਂਦਾ ਰੈਜ਼ੋਨੈਂਸ ਕਰਕੇ। ਬਟ ਜਿੱਦਾਂ ਹੁਣ ਇਹ ਵਾਲਾ ਆ, ਇੱਥੇ ਕਾਰਬਨ ਆ, ਉਹ ਤੋਂ ਅੱਗੇ ਆਇਓਡੀਨ ਲੱਗੀ ਹੋਈ ਹੈ, ਇਹ ਆਇਓਡੀਨ ਬਾਹਰ ਜਾ ਸਕਦੀ ਹੈ ਤੇ ਇਹਨੇ ਕਿ ਰਿਐਕਸ਼ਨ ਕਰਕੇ ਕਿਹੜੇ ਪ੍ਰੈਸਿਪਿਟੇਟ ਦੇ ਦਿੰਦੇ ਨੇ? ਸਿਲਵਰ ਆਇਓਡਾਈਡ ਦੇ। ਇਹਦਾ ਆਨਸਰ ਵਿੱਚ ਹੀ ਸੀਗਾ। ਠੀਕ ਹੈ, ਇਸ ਤਰ੍ਹਾਂ ਦੇ ਕੁਐਸਚਨਸ ਆਉਂਦੇ ਹੁੰਦੇ ਆ, ਆਪਾਂ ਫੋਕਸ ਕਰਕੇ ਪੜ੍ਹੀਏ ਤੇ ਪੜ੍ਹਦਿਆਂ ਸਾਨੂੰ ਵਿੱਚੋਂ ਆਨਸਰ ਮਿਲ ਜਾਂਦਾ ਹੁੰਦਾ ਆ। ਓਕੇ ਤੇ ਬੇਟਾ ਜਿਹੜਾ ਸਾਡਾ ਇਹ ਵਾਲਾ ਸੀ ਇਹਦੀ ਕਰੈਕਟ ਆਪਸ਼ਨ ਕਿਹੜੀ ਹੈ? A ਆਪਸ਼ਨ ਆ। ਓਕੇ, ਤੇ ਫਿਰ ਆਪਾਂ ਕਰਦੇ ਹਾਂ, ਚੱਲਦੇ ਹਾਂ ਇਹਦੀ ਤਰਫ। ਠੀਕ ਹੈ, ਇਹ ਸਾਡਾ ਸੀਗਾ ਕੁਐਸਚਨ, ਵਿਚ ਆਫ ਦੀ ਫੋਲੋਇੰਗ ਹਲਾਈਡ ਇਜ਼ ਪ੍ਰਪੇਅਰਡ ਇਨ ਫੋਲੋਇੰਗ ਰਿਐਕਸ਼ਨ। ਇਹ ਰਿਐਕਸ਼ਨ ਦੇ ਵਿੱਚ ਕਿਹੜਾ ਪ੍ਰੋਡਕਟ ਬਣ ਸਕਦਾ ਆ? ਇਹਦੇ ਵਿੱਚ ਡਾਇਰੈਕਟ ਮਾਰਕੋਵਨਿਕੋਵ ਰੂਲ ਲੱਗਾ ਹੋਇਆ ਆ। ਮਾਰਕੋਵਨਿਕੋਵ ਰੂਲ, ਤੁਹਾਨੂੰ ਉਹ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ, ਫਿਰ ਹੀ ਆਪਾਂ ਇਹ ਕੁਐਸਚਨਸ ਨੂੰ ਕਰ ਸਕਦੇ ਹਾਂ। ਇਹਨਾਂ ਸਾਰੀਆਂ ਦੀਆਂ ਵੀਡੀਓਜ਼ ਮੈਂ ਬਣਾ ਰਿਹਾ, ਥੋੜੀਆਂ ਬਣ ਚੁੱਕੀਆਂ, ਤੁਸੀਂ ਪਲੇਲਿਸਟ ਚੈੱਕ ਕਰ ਲਿਓ। ਓਕੇ, ਜੇ ਨਾ ਵੀ ਬਣੀਆਂ ਹੋਈਆਂ ਤਾਂ ਗਾਂ ਬਣ ਆ ਜਾਣਗੀਆਂ। ਓਕੇ, ਤੇ ਇਹਦੇ ਵਿੱਚ ਡਾਇਰੈਕਟ ਮਾਰਕੋਵਨਿਕੋਵ ਰੂਲ ਲੱਗਾ ਹੋਇਆ। ਮਾਰਕੋਵਨਿਕੋਵ ਰੂਲ ਕੀ ਕਹਿੰਦਾ ਕਿ ਹਾਈਡਰੋਜਨ ਨੇ ਉਸ ਸਾਈਡ ਜਾਣਾ ਜਿਸ ਸਾਈਡ ਹਾਈਡਰੋਜਨਸ ਜ਼ਿਆਦਾ ਆ। ਠੀਕ ਹੈ, ਜੇ ਹੁਣ ਮੈਂ ਆਹ ਕਾਰਬਨ ਦੇਖਾਂ, ਇਹਦੇ ਨਾਲ ਇੱਧਰ ਵੀ ਇੱਕ ਕਾਰਬਨ ਜੁੜੀ ਹੋਈ ਹੈ, ਦੂਸਰੀ ਕਾਰਬਨ ਜੁੜੀ ਹੋਈ ਹੈ, ਦੋ ਬੌਂਡ, ਇਹਦੇ ਨਾਲ ਕੋਈ ਹਾਈਡਰੋਜਨ ਨਹੀਂ ਗੀ। ਜੇ ਮੈਂ ਇਹਦੇ ਅਕੋਰਡਿੰਗ ਦੇਖਿਆ ਨਾ, 1 2 3 ਬੌਂਡ ਬਣਾਏ ਹੋਏ, ਇੱਕ ਨਾਲ ਕੀ ਹੋਊਗੀ? ਹਾਈਡਰੋਜਨ। ਕਿਸ ਸਾਈਡ? ਇਹ ਤੇ ਡਬਲ ਬੌਂਡ ਹੈ, ਡਬਲ ਬੌਂਡ ਦੇ ਅਕ੍ਰੋਸ ਇਹਦੀ ਐਡੀਸ਼ਨ ਹੋਣੀ ਹੈ। ਕਿਸ ਸਾਈਡ ਹਾਈਡਰੋਜਨਸ ਜ਼ਿਆਦਾ ਆ? ਇਹ ਵਾਲੇ ਪਾਸੇ ਹਾਈਡਰੋਜਨ ਜ਼ਿਆਦਾ ਆ, ਬਸ ਹਾਈਡਰੋਜਨ ਇਸ ਸਾਈਡ ਜੋੜ ਦਿਓ, Br ਇਸ ਸਾਈਡ ਜੋੜ ਦਿਓ, ਸਾਡਾ ਪ੍ਰੋਡਕਟ ਕੀ ਬਣ ਜਾਣਾ ਹੈ? ਇੱਕ ਹਾਈਡਰੋਜਨ। ਠੀਕ ਹੈ, ਤੇ ਇੱਧਰ ਇਹ C, ਇੱਧਰ Br ਜੁੜ ਜਾਣਾ। ਠੀਕ ਹੈ, ਇਹਨੂੰ ਮੈਂਸ਼ਨ ਨਹੀਂ ਕਰਦੇ ਹੁੰਦੇ, ਜਿੱਦਾਂ ਇੱਥੇ ਵੀ 2 ਹਾਈਡਰੋਜਨ ਆ, ਇਸ ਸਾਈਡ ਵੀ 2 ਹੈ, ਇਹਨੂੰ ਡਾਇਰੈਕਟ ਇੱਦਾਂ ਹੀ ਲਿਖ ਦਿੰਦੇ, ਐਰੋ ਲਗਾ ਕੇ ਇਸ ਤਰ੍ਹਾਂ ਲਿਖ ਲੈਂਦੇ ਹੁੰਦੇ ਆ, ਔਰ ਪਾ ਕੇ ਲਿਖ ਦਿੰਦਾ ਮੈਂ। ਇੰਨਾ ਤੁਹਾਡਾ ਇਹ ਵਾਲਾ ਸਾਡਾ ਰਿਜ਼ਲਟ ਸਹੀ ਆਣਾ ਸੀ, ਆਪਸ਼ਨ ਸਹੀ ਆਣੀ ਸੀ। ਠੀਕ ਹੈ, ਇਹਦੇ ਵਿੱਚ ਆਪਸ਼ਨ ਸਹੀ ਕਿਹੜੀ ਆਈ? C ਆਪਸ਼ਨ। ਓਕੇ, ਬੜਾ ਸੌਖਾ ਜਿਹਾ ਸੀਗਾ। ਹੁਣ ਦੇਖੋ ਜਿੰਨੇ ਵੀ ਕੁਐਸਚਨਸ ਆਏ ਸਾਰੇ ਤੁਹਾਨੂੰ +2 ਦੀ ਬੁੱਕ ਚੋਂ, +1 +2 ਦੀ ਬੁੱਕ ਚੋਂ ਮਿਲ ਜਾਣੇ ਆ। ਜੇ ਤੁਸੀਂ ਉਹਨੂੰ ਚੰਗੀ ਤਰ੍ਹਾਂ ਪੜ੍ਹਿਆ ਹੋਇਆ ਆ, ਕੰਸੈਪਟ ਤੁਹਾਡੇ ਕਲੀਅਰ ਆ, ਤੇ ਇਹਨਾਂ ਦਾ ਆਨਸਰ ਬੜੇ ਆਰਾਮ ਨਾਲ ਆ ਰਿਹਾ ਆ। ਓਕੇ, ਤੇ ਨੈਕਸਟ ਸੀਗਾ 35 ਕੁਐਸਚਨ। ਇਹ ਕੁਐਸਚਨ ਦੀ ਗ੍ਰੇਸ ਮਿਲੀ ਹੋਈ ਹੈ ਪੇਪਰ ਦੇ ਵਿੱਚ। ਇਹਦੇ ਵਿੱਚ ਉਹਨਾਂ ਨੇ ਪੁੱਛਿਆ ਕਿ ਵਿਚ ਆਫ ਦੀ ਫੋਲੋਇੰਗ ਇਜ਼ ਕਰੈਕਟ ਆਰਡਰ ਆਫ ਡਿਕਰੀਜ਼ਿੰਗ SN2 ਰਿਐਕਟੀਵਿਟੀ। SN2 ਹੁੰਦਾ ਸਬਸਟੀਟਿਊਸ਼ਨ ਨਿਊਕਲੀਓਫਿਲਿਕ ਰਿਐਕਸ਼ਨ। ਕੀ ਹੁੰਦਾ ਆ? ਸਬਸਟੀਟਿਊਸ਼ਨ ਨਿਊਕਲੀਓਫਿਲਿਕ ਰਿਐਕਸ਼ਨ। ਇਹਦਾ ਜਿਹੜਾ ਰਿਐਕਟੀਵਿਟੀ ਆਰਡਰ ਹੁੰਦਾ ਹੈ, SN2 ਦਾ ਰਿਐਕਟੀਵਿਟੀ ਆਰਡਰ ਦੇਖ ਲਓ। SN2 ਦੇ ਵਿੱਚ ਜਿਹੜਾ ਪ੍ਰਾਇਮਰੀ ਹੋਣਾ ਉਹਨੇ ਸਭ ਤੋਂ ਪਹਿਲਾਂ ਦੇਣੀ ਆ, ਦੈਨ ਸੈਕੰਡਰੀ ਦੀ ਰਿਐਕਟੀਵਿਟੀ ਘਟ ਜਾਣੀ ਆ, ਟਰਸ਼ਰੀ ਦੀ ਰਿਐਕਟੀਵਿਟੀ ਸਭ ਤੋਂ ਘਟ ਜਾਣੀ ਆ। ਓਕੇ, ਹੁਣ ਉਹਨੇ ਕਿਹੜਾ ਆਰਡਰ ਪੁੱਛਿਆ ਸੀ? ਉਹਨੇ ਪੁੱਛਿਆ ਸੀ ਡਿਕਰੀਜ਼ਿੰਗ ਆਰਡਰ।
ਡਿਕਰੀਜ਼ਿੰਗ ਦੇ ਵਿੱਚ ਆਉਂਦਾ ਸਭ ਤੋਂ ਜ਼ਿਆਦਾ ਰਿਐਕਟੀਵਿਟੀ, ਫਿਰ ਉਹ ਤੋਂ ਘੱਟ, ਫਿਰ ਸਭ ਤੋਂ ਘੱਟ ਰਿਐਕਟੀਵਿਟੀ। ਆਪਾਂ ਇਹਦੇ ਵਿੱਚ ਇਹ ਚੀਜ਼ ਲਿਖ ਕੇ ਆਣੀ ਸੀ। ਜੇ ਇਹਦਾ ਹੀ ਉਹਨੇ ਇਨਕਰੀਜ਼ਿੰਗ ਆਰਡਰ ਪੁੱਛਿਆ ਹੁੰਦਾ SN2 ਦਾ, ਫਿਰ ਆਪਾਂ ਕਿਆ ਲਿਖਣਾ ਸੀ 3 ਟਰਸ਼ਰੀ ਫਿਰ ਇਸ ਤਰ੍ਹਾਂ ਐਰੋ ਚੱਲਣਾ ਸੀ ਟਰਸ਼ਰੀ, ਸੈਕੰਡਰੀ ਐਂਡ ਪ੍ਰਾਇਮਰੀ। ਇਹ ਕਿਹੜਾ ਹੈ ਇਨਕਰੀਜ਼ਿੰਗ ਆਰਡਰ। ਇਹ ਲਿਖਣਾ ਵੀ ਦੇਖ ਲਈਏ, ਕਈ ਵਾਰੀ ਆਪਾਂ ਲਿਖਣ ਦੇ ਵਿੱਚ ਹੀ ਗੜਬੜ ਕਰ ਜਾਂਦੇ ਹਾਂ। ਡਿਕਰੀਜ਼ਿੰਗ ਆਰਡਰ ਪਹਿਲਾਂ ਜਿਹੜਾ ਸਭ ਤੋਂ ਜ਼ਿਆਦਾ ਰਿਐਕਟਿਵ, ਘੱਟ ਰਿਐਕਟਿਵ, ਉਹ ਤੋਂ ਘੱਟ, ਤੇ ਇਨਕਰੀਜ਼ਿੰਗ ਦੇ ਵਿੱਚ ਸਭ ਤੋਂ ਛੋਟੇ ਵਾਲਾ ਜਿਹੜਾ ਘੱਟ ਰਿਐਕਟਿਵ ਹੈ ਲੈਸ ਰਿਐਕਟਿਵ, ਦੈਨ ਮੋਰ ਰਿਐਕਟਿਵ, ਮੋਰ ਰਿਐਕਟਿਵ। ਓਕੇ, ਇਸ ਤਰ੍ਹਾਂ ਚੱਲਣਾ। ਹੁਣ ਇਹਦੀ ਗ੍ਰੇਸ ਕਿਉਂ ਮਿਲੀ ਹੋਈ ਹੈ ਇੱਕ ਵਾਰੀ ਚੈੱਕ ਕਰ ਲੈਂਦੇ ਹਾਂ। ਇਹਦਾ ਉੱਦਾਂ ਜਿਹੜਾ ਆਨਸਰ ਆਉਣਾ ਸੀ B ਆਪਸ਼ਨ ਆਣੀ ਸੀ, ਬਟ ਇਹਦੇ ਵਿੱਚ ਥੋੜੀ ਕੁ ਗੜਬੜ ਆ। ਗੜਬੜ ਕੀ ਆ ਕਿ ਇੱਥੇ ਵੀ ਕਾਰਬਨ ਦਿੱਤੀ ਹੋਈ ਆ, ਕਾਰਬਨ ਦੀ ਇਹਦੇ ਵਿੱਚ ਇੱਕ ਕਾਰਬਨ ਆਣੀ ਸੀਗੀ, ਠੀਕ ਹੈ। ਸਹੀ ਆਪਸ਼ਨ ਇਹ ਆਣੀ ਸੀ RCH2X, R2CHX, R3CX। ਇਹ ਸਾਡੇ ਕੋਲ ਪ੍ਰਾਇਮਰੀ ਆ। ਸਭ ਤੋਂ ਰਿਐਕਟਿਵ ਕਿਹੜਾ ਹੋਣਾ, ਡਿਕਰੀਜ਼ਿੰਗ ਆਰਡਰ ਪੁੱਛਿਆ SN2 ਦੇ ਅਕੋਰਡਿੰਗ, ਸਭ ਤੋਂ ਰਿਐਕਟਿਵ ਕਿਹੜਾ ਆਣਾ ਸੀ ਪ੍ਰਾਇਮਰੀ, ਦੈਨ ਸੈਕੰਡਰੀ, ਫਿਰ ਟਰਸ਼ਰੀ। ਇਹ ਵਾਲਾ ਆਣਾ ਸੀ। ਇਹਦੇ ਵਿੱਚ C ਨਹੀਂ ਲੱਗੀ ਹੋਈ ਸੀ, ਤਾਂ ਕਰਕੇ ਇਸ ਕੁਐਸਚਨ ਦੀ ਕੀ ਮਿਲੀ ਸਾਨੂੰ, ਗ੍ਰੇਸ ਮਿਲੀ ਸੀਗੀ। ਓਕੇ, ਤੇ ਬੇਟਾ ਸਾਡਾ ਨੈਕਸਟ ਕੁਐਸਚਨ ਹੈਗਾ ਅਮੰਗ ਆਫ ਦੀ ਫੋਲੋਇੰਗ ਕੰਪਾਊਂਡ ਇਜ਼ ਮੋਸਟ ਐਸਿਡਿਕ। ਫਸਟ ਹੈਗਾ ਪੈਰਾਨਾਈਟ੍ਰੋਫਿਨੋਲ, ਠੀਕ ਹੈ, ਪੈਰਾਨਾਈਟ੍ਰੋਫਿਨੋਲ ਆ, ਪੈਰਾ ਹਾਈਡਰੋਕਸੀ ਬੈਂਜ਼ੋਇਕ ਐਸਿਡ ਆ, ਆਰਥੋ ਹਾਈਡਰੋਕਸੀ ਬੈਂਜ਼ੋਇਕ ਐਸਿਡ ਆ, ਪੈਰਾਟੋਲਿਕ ਐਸਿਡ ਆ। ਜੇ ਆਪਾਂ ਇਹਨਾਂ ਨੂੰ ਸਿਰਫ ਨਾਮ ਦੇਖ ਕੇ ਐਦਾਂ ਹੀ ਇਹਨਾਂ ਨੂੰ ਦੱਸਣਾ ਹੋਵੇ ਕਿ ਕਿਹੜਾ ਜ਼ਿਆਦਾ ਐਸਿਡਿਕ ਆ, ਕਾਫੀ ਪ੍ਰੋਬਲਮ ਆਉਂਦੀ ਹੈ। ਕਈ ਵਾਰੀ ਸਾਨੂੰ ਪਤਾ ਵੀ ਹੁੰਦਾ, ਆਪਾਂ ਤਾਂ ਵੀ ਗਲਤ ਕਰ ਦਿੰਦੇ ਹਾਂ। ਸਭ ਤੋਂ ਪਹਿਲਾਂ ਇਹਨਾਂ ਸਾਰਿਆਂ ਨੂੰ ਡਰਾਅ ਕਰ ਲਓ, ਠੀਕ ਹੈ। ਮੈਂ ਡਰਾਅ ਕਰ ਲਿਆ। ਡਰਾਅ ਕਰਨ ਤੋਂ ਬਾਅਦ ਵਿੱਚ ਹੁਣ ਆ 4 ਡਰਾਅ ਕਰ ਲਿਆ, ਠੀਕ ਹੈ ਨਾ, ਸੇਮ ਉਹੀ ਪੋਜੀਸ਼ਨ ਤੇ ਡਰਾਅ ਕੀਤੇ ਹੋਏ ਆ। ਹੁਣ ਦੇਖੋ ਇਹ ਵਾਲੇ ਇਹਨਾਂ ਦੇ ਵਿੱਚ OH ਗਰੁੱਪ ਲੱਗਾ, OH ਗਰੁੱਪ ਲੱਗਾ, ਮਤਲਬ ਕਿ ਪਹਿਲਾਂ ਤਾਂ ਦੇਖੋ ਜ਼ਿਆਦਾ ਐਸਿਡਿਕ ਕਿਹੜੇ ਹੋਣਗੇ ਜਿਨ੍ਹਾਂ ਦੇ ਵਿੱਚ COOH ਗਰੁੱਪ ਲੱਗਾ ਹੋਇਆ ਆ। ਇਹਦੇ ਵਿੱਚ ਤਾਂ ਇਹ ਤਾਂ ਫਿਨੋਲ ਆ, ਐਲਕੋਹਲ ਦਾ ਪਾਰਟ ਹੈ, ਐਸਿਡਿਕ ਹੁੰਦੀ ਹੈ ਲਿਟਲ ਬਿਟ, ਬਟ ਇਹਨਾਂ ਦਾ ਕੰਪੈਰੀਜ਼ਨ ਆਪਾਂ ਇਹਦੇ ਨਾਲ ਨਹੀਂ ਕਰ ਸਕਦੇ, ਇਹਨਾਂ ਤਿੰਨਾਂ ਦੇ ਨਾਲ। ਇਹ ਤਾਂ ਸਾਡੀ ਇੱਥੇ ਹੀ ਗਲਤ ਹੋ ਗਈ ਕਿ ਇਹ ਤਾਂ ਆਣੀ ਨਹੀਂ ਗੀ। ਹੋਇਆ ਕਿ ਪੇਪਰ ਦੇ ਵਿੱਚ ਮੈਂ ਵੀ, ਠੀਕ ਹੈ ਨਾ, NO2 ਵਿਦ ਡਰਾਇੰਗ ਗਰੁੱਪ ਦੇਖ ਕੇ ਇਹਨੂੰ ਟਿਕ ਕਰਿਆ, ਬਟ ਐਕਚੁਅਲ ਦੇ ਵਿੱਚ ਇਹ ਆਨਸਰ ਨਹੀਂ ਸੀਗਾ। ਤੇ ਹੁਣ ਦੇਖੋ ਇਹਦੇ ਵਿੱਚ OH ਗਰੁੱਪ ਆ, OH ਗਰੁੱਪ ਆ, ਤੇ ਇਹ ਵਾਲਾ ਜਿਹੜਾ ਗਰੁੱਪ ਆ ਮੈਨੂੰ ਕਨਫਿਊਜ਼ਨ ਸੀਗੀ ਕਿ ਜਿਹੜਾ ਬਾਅਦ 'ਚ ਜਦੋਂ ਮੈਂ ਪੇਪਰ ਦੇਖਿਆ ਕਿ ਜਿਹੜਾ CH3 ਗਰੁੱਪ ਆ ਇਹ ਤਾਂ ਇਲੈਕਟ੍ਰੋਨ ਰਿਲੀਜ਼ਿੰਗ ਗਰੁੱਪ ਆ। ਕਿਹੜਾ ਗਰੁੱਪ ਆ, ਇਲੈਕਟ੍ਰੋਨ ਰਿਲੀਜ਼ਿੰਗ ਗਰੁੱਪ। ਇਲੈਕਟ੍ਰੋਨ ਰਿਲੀਜ਼ਿੰਗ ਗਰੁੱਪ ਐਸਿਡਿਕ ਸਟਰੈਂਥ ਨੂੰ ਕੀ ਕਰਦੇ ਆ, ਐਸਿਡਿਕ ਸਟਰੈਂਥ ਨੂੰ ਕਰਦੇ ਆ ਡਿਕਰੀਜ਼ ਕਰਦੇ ਆ। ਇਹ ਤਾਂ ਮਤਲਬ ਕਿ ਇਹਨਾਂ ਤਿੰਨਾਂ ਦੇ ਵਿੱਚੋਂ ਇਹ ਵਾਲਾ ਤਾਂ ਉਦਾਂ ਹੀ ਘੱਟ ਹੋਊਗਾ, ਤਾਂ ਕਰਕੇ ਇਹਨੂੰ ਵੀ ਆਪਾਂ ਕੱਟ ਦਿੱਤਾ, ਠੀਕ ਹੈ। ਹੁਣ ਇਹ ਵਾਲੀ ਚੀਜ਼ ਆ, ਇੱਕ ਦੇ ਆਰਥੋ ਤੇ ਲੱਗਾ ਹੋਇਆ, ਇੱਕ ਦੇ ਪੈਰਾ ਤੇ ਲੱਗਾ ਹੋਇਆ ਆ। ਆਰਥੋ ਤੇ ਪੈਰਾ ਦੇ ਵਿੱਚੋਂ ਕਿਹੜਾ ਜ਼ਿਆਦਾ ਐਸਿਡਿਕ ਹੋਊਗਾ, ਤੇ ਇੱਕ ਆਰਥੋ ਇਫੈਕਟ ਹੁੰਦਾ ਆ। ਆਰਥੋ ਇਫੈਕਟ ਕੀ ਕਹਿੰਦਾ ਆ, ਆਰਥੋ ਇਫੈਕਟ ਹੁੰਦਾ ਆ। ਆਰਥੋ ਇਫੈਕਟ ਕੀ ਕਹਿੰਦਾ ਆ, ਆਰਥੋ ਇਫੈਕਟ ਕਹਿੰਦਾ ਕਿ ਚਾਹੇ ਗਰੁੱਪ ਇਲੈਕਟ੍ਰੋਨ ਰਿਲੀਜ਼ਿੰਗ ਗਰੁੱਪ ਹੋਵੇ ਜਾਂ ਇਲੈਕਟ੍ਰੋਨ ਡੋਨੇਟਿੰਗ ਗਰੁੱਪ ਹੋਵੇ, ਜਦੋਂ ਉਹ ਆਰਥੋ ਤੇ ਲੱਗ ਗਿਆ ਉਹਨੇ ਐਸਿਡਿਕ ਸਟਰੈਂਥ ਨੂੰ ਇਨਕਰੀਜ਼ ਹੀ ਕਰਨਾ ਹੈ, ਠੀਕ ਹੈ। ਤੇ ਇਹਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਐਸਿਡਿਕ ਆਣਾ ਸੀ ਉਹ ਸਾਡੀ C ਆਪਸ਼ਨ ਆਣੀ ਸੀਗੀ, ਤੇ ਇਹਦਾ ਕਰੈਕਟ ਆਨਸਰ ਜਿਹੜਾ ਉਹ C ਆ। ਓਕੇ, ਤੇ ਉਹਦੇ ਬਾਅਦ ਆਪਾਂ ਕਰਾਂਗੇ ਹੁਣ 30th ਕੁਐਸਚਨ। ਇਹ ਬੜਾ ਸਿੰਪਲ ਜਿਹਾ ਸੀਗਾ। ਦਾ ਮੇਜਰ ਯੂਜ਼ ਆਫ ਸੋਡੀਅਮ ਕਾਰਬੋਨੇਟ ਇਜ਼ ਫॉर ਮੇਕਿੰਗ ਏ ਗਲਾਸ ਬੋਟਲਸ ਆਣਾ ਸੀਗਾ। ਇਹ ਜੇ ਤੁਸੀਂ ਸੋਡੀਅਮ ਕਾਰਬੋਨੇਟ +1 ਦੀ ਬੁੱਕ ਵਿੱਚ ਜਿਹੜੇ ਐਲਕਲੀ ਮੈਟਲਸ ਆ ਉਹਦੇ ਵਿੱਚ ਆਪਾਂ ਸੋਡੀਅਮ ਕਾਰਬੋਨੇਟ ਪੜ੍ਹਦੇ ਹਾਂ ਅੱਗੇ ਜਾ ਕੇ, ਜੇ ਉੱਥੋਂ ਪੜ੍ਹਿਆ ਹੋਇਆ ਤਾਂ ਆਪਾਂ ਇਹਨੂੰ ਟਿਕ ਕਰ ਦੇ ਸਕਦੇ ਸੀਗੇ, ਅਦਰਵਾਈਜ਼ ਆਲੇ ਦੁਆਲੇ ਕਾਫੀ ਕੁਝ ਟਿਕ ਕੀਤਾ, ਉਹ 'ਚ ਵੀ ਗੜਬੜ ਹੋਈ। ਓਕੇ, ਇਹਦਾ ਸਹੀ ਆਨਸਰ ਕੀ ਆਣਾ, ਸੋਡੀਅਮ ਕਾਰਬੋਨੇਟ ਨੂੰ ਕੀ ਕਰਨ ਲਈ ਯੂਜ਼ ਕਰਦੇ ਹਾਂ ਆਪਾਂ, ਗਲਾਸ ਬੋਟਲਸ ਬਣਾਉਣ ਦੇ ਲਈ। ਓਕੇ, ਤੇ ਕੋਕ ਇਜ਼ ਪ੍ਰੋਡਿਊਸਡ ਬਾਈ, ਕੋਕ ਇਜ਼ ਪ੍ਰੋਡਿਊਸਡ ਬਾਈ ਇਹਦੇ ਵਿੱਚ ਆਉਂਦਾ ਆ ਕੋਕ ਕਦੋਂ ਬਣਦਾ ਆ,
ਇੱਕ ਆ ਦੇਖੋ ਆਪਸ਼ਨਸ, ਇਹਦੇ ਵਿੱਚ ਕਾਫੀ ਜਾਣੇ ਆਲ ਆਫ ਦੀ ਅਬਵ ਲਾ ਕੇ ਆਏ, ਠੀਕ ਹੈ। ਹੀਟਿੰਗ ਕਾਰਬਨ ਬਲੈਕ ਇਨ ਦੀ ਐਬਸੈਂਸ ਆਫ ਏਅਰ। ਕਾਰਬਨ ਬਲੈਕ ਕੁਛ ਨਹੀਂ ਹੁੰਦਾ, ਠੀਕ ਹੈ, ਇਹਨੂੰ ਕਦੇ ਹੀਟ ਨਹੀਂ ਕਰਦੇ ਆਪਾਂ, ਕੋਲ ਨੂੰ ਹੀਟ ਕਰਕੇ ਬਣਾਉਣੇ ਆ ਜੋ ਵੀ ਬਣਾਉਣੇ ਆ, ਠੀਕ ਹੈ। ਤੇ ਇਹਦੇ ਵਿੱਚ ਇਹ ਤਾਂ ਆਣਾ ਹੀ ਨਹੀਂ ਸੀਗਾ ਫਸਟ ਆਪਸ਼ਨ। ਫਿਰ ਇਨਕੰਪਲੀਟ ਕੰਬਸ਼ਨ ਆਫ ਹਾਈਡਰੋਕਾਰਬਨ। ਇਨਕੰਪਲੀਟ ਕੰਬਸ਼ਨ ਦੇ ਵਿੱਚ ਕਾਰਬਨ ਮੋਨੋਆਕਸਾਈਡ ਬਣਦੀ ਆ। ਤੇ ਆਲ ਆਫ ਅਬਵ ਵਾਲਾ ਤਾਂ ਉੱਦਾਂ ਹੀ ਗਲਤ ਹੋ ਗਿਆ। ਇਹਦਾ ਕਰੈਕਟ ਆਨਸਰ ਆਣਾ ਸੀ ਹੀਟਿੰਗ ਕੋਲ ਇਨ ਦੀ ਐਬਸੈਂਸ ਆਫ ਏਅਰ, ਕਿ ਜਦੋਂ ਆਪਾਂ ਕੋਲ ਨੂੰ ਹੀਟ ਕਰਦੇ ਆ ਇਨ ਦੀ ਐਬਸੈਂਸ ਆਫ ਏਅਰ ਤੇ ਕੀ ਬਣਦਾ ਆ, ਕੋਕ ਦੀ ਫਾਰਮੇਸ਼ਨ ਹੁੰਦੀ ਆ। ਓਕੇ, ਤੇ ਆਹ ਕੁਐਸਚਨ ਕਾਫੀ ਸੌਖਾ ਸੀਗਾ। H2O2 ਇਜ਼ ਅਨਸਟੇਬਲ, ਇਹ ਹੈਗਾ ਹਾਈਡਰੋਜਨ ਪਰਆਕਸਾਈਡ। ਇਹ ਅਨਸਟੇਬਲ ਆ, ਇਟ ਡੀਕੰਪੋਜ਼ਿਸ ਟੂ ਪ੍ਰੋਡਿਊਸ। ਇਹ ਤਾਂ 10th ਦੇ ਵਿੱਚ ਵੀ ਕਾਫੀ ਵਾਰੀ ਆ ਜਾਂਦਾ ਆ। ਡੀਕੰਪੋਜ਼ ਹੋ ਕੇ ਬਣਾਉਂਦਾ ਆ ਵਾਟਰ ਪਲੱਸ ਆਕਸੀਜਨ। ਓਕੇ, ਇਹਦਾ ਸਹੀ ਆਨਸਰ ਆਣਾ ਸੀ ਆਕਸੀਜਨ ਗੈਸ ਪਲੱਸ ਵਾਟਰ। ਹਾਈਡਰੋਜਨ ਪਰਆਕਸਾਈਡ ਤੋਂ ਕੀ ਬਣਦਾ, ਇਹਨੂੰ ਬੈਲੈਂਸ ਕਰਨ ਦੀ ਲੋੜ ਨਹੀਂ ਗੀ ਆਪਾਂ ਨੂੰ, ਤਾਂ ਆਪਾਂ ਨੇ ਤਾਂ ਟਿਕ ਕਰਨਾ ਕਿ ਆਣੀ ਆ ਆਕਸੀਜਨ ਗੈਸ ਐਂਡ ਵਾਟਰ। ਓਕੇ।